ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਿਹੜੇ ਅੱਜ ਦੇ ਦੋ ਵਿਸ਼ੇ ਨੇ ਇਹ ਦੋਨੋਂ ਹੀ ਬੜੇ ਸਮਝਣ ਵਾਲੇ ਨੇ। ਪਹਿਲਾ ਜਿਹੜਾ ਸਾਡਾ ਵਿਸ਼ਾ ਹੈ ਦਾ ਕਨਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ, ਔਰ ਟੀ ਬ੍ਰੇਕ ਤੋਂ ਬਾਅਦ ਬੜਾ ਸੰਜੀਦਾ ਜਿਹੜੀ ਚਿੰਤਾ ਦਾ ਵਿਸ਼ਾ ਵੀ ਹੈ ਸਾਡੀ ਕੌਮੀ ਤੌਰ 'ਤੇ, ਉਹ ਹੈ ਕਿ ਹਾਊ ਟੂ ਅਟਰੈਕਟ ਆਵਰ ਯੂਥਸ ਆਰ ਚਿਲਡਰਨਸ ਟੂਵਰਡਸ ਪੰਜਾਬੀ ਲੈਂਗੁਏਜ, ਪੰਜਾਬੀ ਭਾਸ਼ਾ ਬਾਰੇ। ਕਿ ਸਾਡੇ ਅੱਜ ਆਸ-ਪਾਸ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬੀ ਭਾਸ਼ਾ ਦਾ ਜੋ ਗਰਾਊਂਡ ਰਿਐਲਿਟੀ 'ਤੇ ਹਾਲਾਤ ਨੇ, ਔਰ ਅਸੀਂ ਇਸ ਨੂੰ ਕਿਵੇਂ ਇਸ ਸਮੱਸਿਆ ਨੂੰ ਜਾਂ ਇਸ ਚਿੰਤਾ ਨੂੰ ਚਿੰਤਨ ਕਰਦੇ ਹੋਏ ਕਿਸ ਤਰ੍ਹਾਂ ਅਸੀਂ ਇਸ ਨੂੰ ਰਿਵਾਈਵ ਕਰ ਸਕਦੇ ਹਾਂ। ਪਹਿਲਾ ਜਿਹੜਾ ਲੈਕਚਰ ਹੈ ਦਾ ਕਨਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ, ਤਾਂ ਮੈਂ ਬੜੀ ਵਾਰ ਇੱਥੋਂ ਇੱਕ ਗੱਲ ਕਹੀ ਹੈ, ਅੱਜ ਫਿਰ ਰਿਪੀਟ ਕਰ ਦਿੰਦਾ ਕਿ ਵੰਸ ਦੇਅਰ ਵਾਜ਼ ਏਜ ਆਫ ਮਾਈਟ, ਕਦੀ ਸੀ ਜਦੋਂ ਜਿਸਮਾਨੀ ਤਾਕਤ ਦਾ ਜ਼ਮਾਨਾ ਸੀ। ਐਂਡ ਨਾਓ ਦਿਸ ਇਜ਼ ਦਾ ਏਜ ਆਫ ਨੋਲੇਜ, ਇੰਟਲੈਕਟ, ਇਲਮ ਦਾ, ਵਿਚਾਰ ਦਾ ਜਿਹੜਾ ਹੈ ਇਹ ਜ਼ਮਾਨਾ ਹੈਗਾ। ਹੁਣ ਕਹਿੰਦੇ ਨੇ ਕਿ 3 poisons ਡਿਸਟਰੋਏ ਹਿਊਮੈਨਿਟੀ, 3 ਜ਼ਹਿਰਾਂ ਐਸੀਆਂ ਨੇ ਜਿਨ੍ਹਾਂ ਨੇ ਮਨੁੱਖਤਾ ਨੂੰ ਡਿਸਟਰੋਏ ਕਰ ਦਿੱਤਾ ਹੈ। ਉਹਨਾਂ ਵਿੱਚ ਗਰੀਡ ਅਤੇ ਐਂਗਰ ਤਾਂ ਹੈ ਹੀ ਹੈ, ਇੱਕ ਹੈ ਇਗਨੋਰੈਂਸ। ਔਰ ਫਿਰ ਦਾ 3 ਲਾਈਫ ਲਾਈਨਸ ਆਫ ਹਿਊਮੈਨਿਟੀ, ਉਹਦੇ ਵਿੱਚ ਵੀ ਜਸਟਿਸ, ਕੰਪੈਸ਼ਨ ਤੋਂ ਬਾਅਦ ਨੋਲੇਜ, ਜਿਹੜੀ ਸਿੱਧੀ ਦੀ ਸਿੱਧੀ ਐਜੂਕੇਸ਼ਨ ਨਾਲ ਤਾਲੁਕ ਰੱਖਦੀ ਹੈ। 4 ਡੋਰਸ ਆਫ ਲਿਬਰੇਸ਼ਨ ਨੇ, ਉਹ ਹੈ ਪੀਸ, ਕੰਟੈਂਟਮੈਂਟ, ਟਰੁੱਥ, ਔਰ ਫਿਰ ਥਾਟ ਦੇ ਵਿੱਚ ਆਇਆ। ਔਰ ਆਮ ਤੌਰ 'ਤੇ ਅਸੀਂ ਇੱਕ ਲਾਈਨ ਗੁਰਬਾਣੀ ਦੀ ਪੜ੍ਹਦੇ ਹਾਂ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਸਵਾਲ ਇਹ ਹੈ ਕਿ ਕਿਹੜੀ ਵਿੱਦਿਆ ਦੀ ਗੱਲ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਨੇ ਕਿਹੜੀ ਵਿੱਦਿਆ ਦੀ ਗੱਲ ਕੀਤੀ? ਅੱਜ ਗਲੋਬਲ ਵਿਲੇਜ ਹੈ, 21ਵੀਂ ਸੈਂਚੁਰੀ 'ਚ ਅਸੀਂ ਵਿਚਰ ਰਹੇ ਹਾਂ, ਅਤੇ ਇੱਕ ਟਰਮ ਜਿਹੜੀ ਹੈ ਵਰਲਡ ਵਾਈਡ, ਉਹ ਓਲੀਗਾਰਕੀ, ਇਹ ਰਸ਼ੀਅਨ ਟਰਮ ਹੈ, ਰਸ਼ੀਆ ਦਾ ਇਹ ਵਰਡ ਹੈ ਓਲੀਗਾਰਕੀ। ਇਹਨੂੰ ਮਾਫੀਆ ਕਹਿੰਦੇ ਨੇ, ਮਾਫੀਆ ਸਿਸਟਮ ਹੈ। ਅੱਜ ਪੂਰੇ ਸਾਡੀ ਸੁਸਾਇਟੀ ਵਿੱਚ, ਕੰਟਰੀ ਵਿੱਚ, ਜਾਂ ਪੂਰੇ ਗਲੋਬ ਦੇ ਵਿੱਚ ਜਿਹੜਾ ਹੈ ਇਹ ਮਾਫੀਆ ਦਾ ਇਤਨਾ ਜ਼ਿਆਦਾ ਗਲਬਾ ਹੋ ਗਿਆ ਕਿ ਸਾਡਾ ਜਿਹੜਾ ਸਾਰਾ ਸਿਸਟਮ ਜਿਹੜਾ ਹੈ ਉਹ ਇੱਕ ਕਰਪਸ਼ਨ ਦਾ ਜਾਂ ਮਾਫੀਏ ਦਾ ਬਣ ਚੁੱਕਿਆ। ਗੱਲ ਸਿਰਫ ਜਿਹੜੀ ਮੈਂ ਐਜੂਕੇਸ਼ਨ ਦੀ ਕਰ ਰਿਹਾ, ਇਹ ਐਜੂਕੇਸ਼ਨ ਦੁਨਿਆਵੀ ਐਜੂਕੇਸ਼ਨ ਨਹੀਂ ਹੈ। ਦੁਨਿਆਵੀ ਐਜੂਕੇਸ਼ਨ ਦੇ ਨਾਲ ਨਾਲ ਜਿਹੜੀ ਗੁਰਬਾਣੀ ਦੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਨੂੰ ਗੱਲ ਸਮਝ ਆਉਣੀ ਹੈ ਔਰ ਸਮਝਾਉਣੀ ਹੈ ਅਸੀਂ ਅੱਜ ਦੇ ਵਿਸ਼ੇ ਵਿੱਚ। ਦੇਖੋ, ਅੱਜ ਟੋਟਲ ਪੂਰੇ ਵਰਲਡ ਦੇ ਵਿੱਚ ਕਾਰਪੋਰੇਟ ਜਿਹੜਾ ਹੈ ਇਸ ਦਾ ਗਲਬਾ ਹੈ। ਪੂਰਾ ਰਾਜ ਜਿਹੜਾ ਗਲੋਬ ਦੇ ਉੱਤੇ, ਪੂਰੇ ਸੰਸਾਰ 'ਤੇ ਇਹ ਕਾਰਪੋਰੇਟ ਕਰ ਰਹੇ ਨੇ। ਔਰ ਕਾਰਪੋਰੇਟ ਬੜੇ ਪੜ੍ਹੇ ਲਿਖੇ ਨੇ, ਬੜੀਆਂ ਵੱਡੀਆਂ ਯੂਨੀਵਰਸਿਟੀਜ਼ ਦੀਆਂ ਉਹਨਾਂ ਕੋਲ ਡਿਗਰੀਆਂ ਨੇ, MBA ਨੇ, ਔਰ ਉੱਚੀਆਂ ਡਿਗਰੀਆਂ, ਡਾਕਟਰੇਟ ਕੀਤੀਆਂ ਹੋਈਆਂ ਨੇ। ਲੇਕਿਨ ਜਿਤਨਾ ਗਾਨ ਕਾਰਪੋਰੇਟ ਮਨੁੱਖਤਾ ਦਾ ਕਰ ਰਹੇ ਨੇ ਜਾਂ ਨੇਚਰਲ ਰਿਸੋਰਸਿਸ ਦਾ ਕਰਦੇ ਨੇ, ਜਿੰਨੇ ਨੇਚਰਲ ਰਿਸੋਰਸਿਸ ਨੇ ਉਹਨਾਂ 'ਤੇ ਅੱਜ ਕਾਰਪੋਰੇਟਸ ਦਾ ਜਿਹੜਾ ਹੈ ਉਹ ਕਬਜ਼ਾ ਹੋ ਚੁੱਕਿਆ, ਔਰ ਉਸ ਤੋਂ ਉਹ ਆਪਣੇ ਫਾਇਦੇ, ਮੁਨਾਫਾਖੋਰੀ ਜਿਹੜੀ ਹੈ ਉਹ ਕਰ ਰਹੇ ਨੇ। ਲੇਕਿਨ ਉਹਦੇ ਨਾਲ ਨਾਲ ਹਾਰਮਨੀ ਦਾ, ਮਨੁੱਖਤਾ ਦਾ, ਪ੍ਰੇਮ ਪਿਆਰ ਦਾ ਜੋ ਗਾਨ ਹੋ ਰਿਹਾ, ਮੈਨੂੰ ਹੁਣ ਸਮਝ ਆ ਰਹੀ ਹੈ ਕਿ ਜਦੋਂ ਇਸ ਨੂੰ ਮੈਂ ਇਸ ਵਿਸ਼ੇ 'ਤੇ ਗੱਲ ਕਰ ਰਿਹਾ ਸੀ ਜਾਂ ਸੋਚ ਰਿਹਾ ਸੀ, ਪੜ੍ਹ ਰਿਹਾ ਸੀ, ਕਿ ਕਿਉਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਗੱਲ ਕਹਿਣੀ ਪਈ, ਗੋ ਬੈਕ ਟੂ ਰਿਲੀਜਨ, ਕਿ ਇਤਨੇ ਅੱਗੇ ਜਾ ਚੁੱਕੇ ਨੇ ਉਹ ਮੁਲਕ, ਔਰ ਉਸ ਤੋਂ ਬਾਅਦ ਉਹ ਰਿਲੀਜਨ ਵੱਲ ਕਿਉਂ ਜਾ ਰਹੇ ਨੇ? ਕਿਉਂਕਿ ਉਹ ਦੇਖ ਰਹੇ ਨੇ ਕਿ ਇਹ ਜਿਹੜਾ ਕਾਰਪੋਰੇਟ ਸਿਸਟਮ ਹੈ, ਇਹ ਜਿਹੜੀ ਇਤਨੀ ਉਚਾਈਆਂ ਦੇ ਸਿਸਟਮ ਨੇ, ਕਿੱਥੇ ਨਾ ਕਿੱਥੇ ਮਨੁੱਖਤਾ ਨੂੰ, ਔਰ ਜਿਹੜੀ ਗੱਲ ਪਿਆਰ ਮੁਹੱਬਤ ਦੀ ਹੈ, ਉੱਥੋਂ ਇਹ ਮਨਫੀ ਹੁੰਦੀ ਜਾ ਰਹੀ ਹੈ ਸਾਰੀ ਗੱਲ। ਤਾਂ ਅਸੀਂ ਜਿਹੜੀ ਕਨਸੈਪਟ ਆਫ ਐਜੂਕੇਸ਼ਨ ਦੀ ਗੱਲ ਕਰਨੀ ਹੈ, ਉਹ ਦੁਨਿਆਵੀ ਦੀ ਐਜੂਕੇਸ਼ਨ ਦੇ ਨਾਲ ਨਾਲ ਜਿਹੜੀ ਵੈਲਿਊ ਸਿਸਟਮ ਐਜੂਕੇਸ਼ਨ ਹੈ, ਮੋਰੈਲਿਟੀ ਦੀ ਐਜੂਕੇਸ਼ਨ ਹੈ, ਇਹ ਅਸੀਂ ਅੱਜ ਉਸ ਬਾਰੇ ਵਿਚਾਰ ਕਰਨਾ ਹੈ। ਤੁਸੀਂ ਦੇਖੋ, ਅੱਜ ਅਖਬਾਰਾਂ ਵਿੱਚ ਅਸੀਂ ਪੜ੍ਹਦੇ ਹਾਂ, ਜਿਤਨੀਆਂ ਵੀ ਚਾਹੇ ਉਹ ਰੇਪ ਦੀਆਂ ਘਟਨਾਵਾਂ ਨੇ, ਡਕੈਤੀਆਂ ਦੀਆਂ ਘਟਨਾਵਾਂ ਨੇ, ਗੁੰਡਾਗਰਦੀਆਂ ਦੇ ਨੇ, ਉਹਨਾਂ ਵਿੱਚ ਬੜੇ ਪੜ੍ਹੇ ਲਿਖੇ ਲੋਕ ਵੀ, ਚੰਗੀਆਂ ਵੱਡੀਆਂ ਡਿਗਰੀਆਂ ਵਾਲੇ ਲੋਕ ਵੀ ਇਨਵੋਲਵ ਹੁੰਦੇ ਨੇ। ਤਾਂ ਫਿਰ ਕਿੱਥੇ ਨਾ ਕਿੱਥੇ ਉਸ ਐਜੂਕੇਸ਼ਨ ਦੇ ਵਿੱਚ ਕੋਈ ਕਮੀ ਹੈ। ਅਸੀਂ ਜਿਹੜੀ ਅੱਜ ਸਕ੍ਰਿਪਚਰਸ ਦੇ ਹਿਸਾਬ ਨਾਲ, ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜਿਹੜੀ ਗੱਲ ਕਰਨੀ ਹੈ ਕਨਸੈਪਟ ਆਫ ਐਜੂਕੇਸ਼ਨ ਦੀ, ਅਸੀਂ ਉਸ ਕਨਸੈਪਟ ਆਫ ਐਜੂਕੇਸ਼ਨ ਦੀ ਗੱਲ ਕਰਨੀ ਹੈ ਜਿਸ ਐਜੂਕੇਸ਼ਨ ਨਾਲ ਪ੍ਰਚੰਡ ਗਿਆਨ ਦੀ ਗੱਲ ਕੀਤੀ ਹੈ, ਗਿਆਨ ਖੰਡ ਦੀ ਗੱਲ ਜਿੱਥੇ ਆਈ ਹੈ। ਔਰ ਇਹ ਪ੍ਰਚੰਡ ਗਿਆਨ ਕੀ ਹੈ
ਪ੍ਰਚੰਡ ਗਿਆਨ ਉਹ ਹੈ ਜਿਸ ਨਾਲ ਮਨੁੱਖਤਾ ਦੇ ਵਿੱਚ ਜਾਂ ਮਨੁੱਖ ਵਿੱਚ ਨਿਮਰਤਾ ਆ ਜਾਏ, ਜਿਸ ਨਾਲ ਮਨੁੱਖ ਦਾ ਹੰਕਾਰ ਟੁੱਟ ਜਾਂਦਾ। ਇਹ ਉਸ ਐਜੂਕੇਸ਼ਨ ਦੀ ਅਸੀਂ ਗੱਲ ਕਰਨੀ ਹੈ। ਅਸੀਂ ਉਸ ਐਜੂਕੇਸ਼ਨ ਦੀ ਗੱਲ ਕਰਨੀ ਹੈ ਜਿਸ ਨਾਲ ਆਪਣੇ ਛੋਟੇਪਨ ਦਾ ਅਹਿਸਾਸ ਮਨੁੱਖ ਨੂੰ ਆ ਜਾਏ। ਤਾਂ ਇਹ ਜਿਹੜੀ ਗੱਲ ਹੈ, ਮੈਂ ਬੜੀ ਵਾਰ ਇੱਥੇ ਗੱਲ ਕੀਤੀ ਵੀ ਹੈ ਕਿ ਜਿਹੜਾ ਗਿਆਨ ਹੈ, ਨੌਲੇਜ ਹੈ, ਇਲਮ ਹੈ, ਇਹ ਇਸਤੇਮਾਲ ਕਰਨ ਦੀ ਚੀਜ਼ ਹੈ। ਗਿਆਨ ਵੰਡਣ ਲਈ ਹੁੰਦਾ ਹੈ, ਗਿਆਨ ਪ੍ਰੇਮ ਵਧਾਉਣ ਲਈ ਹੁੰਦਾ ਹੈ। ਤਾਂ ਅੱਜ ਜਿਹੜੀ ਗੱਲ ਮੈਂ ਇੱਥੇ ਬੜੀ ਵਾਰ ਪਹਿਲੇ ਵੀ ਹੋ ਗਈ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੀ ਇਹ ਮੈਨ ਮੇਕਿੰਗ ਦੀ ਥਾਂ 'ਤੇ ਮਨੀ ਮੇਕਿੰਗ ਜਿਹੜੀ ਬਣ ਕੇ ਰਹਿ ਗਈ ਹੈ। ਔਰ ਗੁਰਬਾਣੀ ਜਿਹੜੀ ਹੈ ਲੋਕਾਂ ਨੂੰ ਆਤਮਾ ਅੰਦਰ, ਲੋਕਾਂ ਦੀ ਆਤਮਾ ਦੇ ਅੰਦਰ ਇੱਕ ਜੋਤ ਜਗਾਉਂਦੀ ਹੈ। ਔਰ ਜਿਨ੍ਹਾਂ ਮਨਾਂ ਦੇ ਅੰਦਰ ਇਹ ਜੋਤ ਜਾਗ ਜਾਂਦੀ ਹੈ, ਉਹਨਾਂ ਅੰਦਰ ਸਵੈਮਾਨ ਜਾਗ ਪੈਂਦਾ ਹੈ। ਔਰ ਇਹ ਜੋਤ ਪ੍ਰਚੰਡ ਹੁੰਦੀ ਰਹਿੰਦੀ ਹੈ। ਔਰ ਇਹ ਕਦੇ ਜੋਤ ਮੱਧਮ ਹੋ ਜਾਂਦੀ ਹੈ, ਔਰ ਕਦੇ ਜੋਤ ਜਿਹੜੀ ਹੈ ਬੜੀ ਪ੍ਰਚੰਡ ਵਾਲੀ ਗੱਲ ਹੈ, ਪਰ ਇਹ ਜੋਤ ਕਦੀ ਬੁਝ ਨਹੀਂ ਸਕਦੀ। ਤਾਂ ਐਜੂਕੇਸ਼ਨ ਵਾਲੀ ਗੱਲ ਜਿਹੜੀ ਹੈ, ਹਾਲਾਂਕਿ ਜੇ ਅਸੀਂ ਆਮ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹਦੀਆਂ ਜਿਹੜੀਆਂ ਡਿਕਸ਼ਨਰੀ ਦੇ ਵਿੱਚ ਡੈਫੀਨੇਸ਼ਨਸ ਨੇ, ਉਹ ਹੈ ਕਿ ਐਜੂਕੇਸ਼ਨ ਕੈਨ ਕਲੋਜ਼ ਦਾ ਗੈਪ। ਇਹ ਨੈਲਸਨ ਮੰਡੇਲਾ ਕਹਿੰਦਾ ਹੈ। ਫਿਰ ਇਹ ਕਹਿੰਦਾ ਕਿ ਦ ਬਿਊਟੀਫੁਲ ਥਿੰਗ ਅਬਾਊਟ ਲਰਨਿੰਗ ਇਜ਼ ਨੋ ਵਨ ਕੈਨ ਟੇਕ ਇਟ ਅਵੇ ਫਰੋਮ ਯੂ। ਕਦੀ ਇਹ ਨਾ ਚੋਰੀ ਹੋ ਸਕਦੀ ਹੈ, ਨਾ ਇਹਦੇ 'ਤੇ ਡਾਕਾ ਪੈ ਸਕਦਾ ਹੈ, ਨਾ ਕੋਈ ਇਹਨੂੰ ਲੈ ਸਕਦਾ ਹੈ। ਤਾਂ ਇਸ ਕੰਸੈਪਟ 'ਤੇ ਅਸੀਂ ਅੱਜ ਗੱਲ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾ ਕੰਸੈਪਟ ਆਫ ਐਜੂਕੇਸ਼ਨ ਕੀ ਹੈ। ਇਹ ਲੈਕਚਰ ਭਾਵਨਾ ਮਲਿਕ ਜੀ ਕਰਨਗੇ। ਇਹਨਾਂ ਦੀ ਇੰਟਰੋਡਕਸ਼ਨ ਦੀ ਮੈਂ ਨਹੀਂ ਸਮਝਦਾ ਕੋਈ ਜ਼ਰੂਰਤ ਹੈ, ਪਹਿਲੇ 2 ਲੈਕਚਰ ਕਰ ਚੁੱਕੇ ਨੇ। ਤਾਂ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਵਿਸ਼ੇ 'ਤੇ ਗੱਲ ਕਰਨ। ਰਿਸਪੈਕਟਡ ਚੇਅਰਮੈਨ ਸਰ, ਡਾਕਟਰ ਪਰਮਵੀਰ ਸਿੰਘ, ਇਸ ਹਾਲ ਵਿੱਚ ਮੌਜੂਦ ਸਭੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Destiny of a nation is being shaped in our classrooms. ਇੱਕ ਮੁਲਕ ਦਾ ਭਵਿੱਖ ਕਲਾਸਰੂਮਸ ਦੇ ਵਿੱਚ ਸਿਰਜਿਆ ਜਾ ਰਿਹਾ। ਇੱਕ ਟਾਈਮ ਸੀ ਜਦੋਂ ਅਸੀਂ ਨਿਊਜ਼ਪੇਪਰਸ ਦੇ ਵਿੱਚ ਹੈਡਲਾਈਨ ਪੜ੍ਹਦੇ ਸਾਂ, ਬੈਸਟ ਬ੍ਰੇਨਸ ਆਰ ਇਨ ਨਾਸਾ। ਕ੍ਰੀਮੀ ਲੇਅਰ ਜਿਹੜਾ ਹੈ IIT ਦੇ ਵਿੱਚ ਹੈ ਜਾਂ ਫਿਰ ਨਾਸਾ ਦੇ ਵਿੱਚ ਕੰਮ ਕਰ ਰਿਹਾ ਹੈ। ਟੁਡੇ ਬੈਸਟ ਬ੍ਰੇਨਸ ਆਰ ਇਨ ਜੇਲ। ਜਿੰਨਾ ਵੀ ਅਸੀਂ IT ਸੈਕਟਰ ਦੇਖ ਰਹੇ ਹਾਂ, ਇੰਜੀਨੀਅਰਸ ਹਨ ਜਾਂ ਜਿਨ੍ਹਾਂ ਨੇ ਟੈਕਨੀਕਲ ਸਾਈਡ ਦੀ ਐਜੂਕੇਸ਼ਨ ਲਿੱਤੀ, ਜਾਂ ਅਸੀਂ ਹੋਰ ਵੀ ਐਜੂਕੇਸ਼ਨ, ਹੋਰ ਵੀ ਪ੍ਰੋਫੈਸ਼ਨਸ ਨੂੰ ਦੇਖਾਂਗੇ, IIT ਪ੍ਰੋਫੈਸ਼ਨਲਸ ਜਿਹੜੇ ਨੇ ਬੌਮ ਮੇਕਰਸ ਹਨ। ਦੇ ਆਰ ਇਨਵੋਲਵਡ ਇਨ ਜਿਹਾਦ। ਇਟ ਇਜ਼ ਨਾਟ ਕਿ ਮੈਂ ਜਨਰਲਾਈਜ਼ ਕਰ ਰਹੀ ਹਾਂ, ਦਿਸ ਇਜ਼ ਅ ਫੈਕਟ ਜੋ ਅਸੀਂ ਸਾਰੇ ਲੋਕ ਪੜ੍ਹਦੇ ਹਾਂ ਨਿਊਜ਼ਪੇਪਰਸ ਦੇ ਵਿੱਚ। ਇੰਜੀਨੀਅਰਸ, ਲਾਇਰਸ, ਡਾਕਟਰਸ, ਨੈਕਸਲਿਜ਼ਮ, ਜੋ ਇਸ ਤਰ੍ਹਾਂ ਦੀ ਮੂਵਮੈਂਟਸ ਹਨ, ਉਹਨਾਂ ਦੇ ਵਿੱਚ ਇੰਟੈਲੀਜੈਂਸੀਆ ਗਿਆ ਹੋਇਆ। ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਹੈ ਕਿ ਰੇਪ ਕੇਸਿਸ ਹੋ ਰਹੇ ਨੇ, ਡੈਕੋਇਟੀ ਹੋ ਰਹੀ ਹੈ। ਦੈਨ ਵੀ ਸੇ ਕਿ ਸਾਡੇ ਅਕਾਊਂਟਸ ਜਿਹੜੇ ਨੇ ਹੈਕ ਕੀਤੇ ਜਾਂਦੇ ਨੇ, ਸਾਡੀ ਮੇਲਸ ਹੈਕ ਕੀਤੀਆਂ ਜਾਂਦੀਆਂ ਨੇ। ਉਹ ਕੋਈ ਆਰਡੀਨਰੀ ਮਾਈਂਡ ਜਾਂ ਅਨਪੜ੍ਹ ਜਿਹਾ ਮਾਈਂਡ ਕਰ ਹੀ ਨਹੀਂ ਸਕਦਾ ਅਨਲੈਸ ਐਂਡ ਅੰਟਿਲ ਉਹਦੇ ਕੋਲ ਉਹ ਨੌਲੇਜ ਹੈ ਜਾਂ ਉਹਦੇ ਕੋਲ ਰਿਕਵਾਇਰਡ ਐਜੂਕੇਸ਼ਨ ਹੈ। ਇਹਨਾਂ ਸਭ ਸਵਾਲਾਂ ਦੇ ਵਿੱਚ ਚਾਹੇ UGC ਹੋਏ ਜਾਂ NCERT, SCERT, ਸਭੀ ਨੇ ਵੈਲਿਊ ਬੇਸਡ ਐਜੂਕੇਸ਼ਨ ਇੰਟਰੋਡਿਊਸ ਕਰਨ ਦੀ ਗੱਲ ਕੀਤੀ ਸਕੂਲਸ ਦੇ ਵਿੱਚ। ਮੋਰੈਲਿਟੀ ਉਹਨਾਂ ਨੇ ਕਿਹਾ ਕਿ ਇੰਟਰੋਡਿਊਸ ਕੀਤੀ ਜਾਏ ਸਕੂਲਸ ਦੇ ਵਿੱਚ ਵੀ ਔਰ ਕਾਲਜ ਦੇ ਵਿੱਚ ਵੀ। ਜੋ ਵੀ ਸਾਡਾ ਪ੍ਰੈਜ਼ੈਂਟ ਕਲਚਰ ਹੈ, ਪ੍ਰੈਜ਼ੈਂਟ ਸਿਨੈਰੀਓ ਹੈ, ਉਹਨੂੰ ਦੇਖ ਕੇ ਵੈਲਿਊ ਨੂੰ ਇੰਟਰੋਡਿਊਸ ਕਰਨਾ ਬਹੁਤ ਡਿਫਿਕਲਟ ਟਾਸਕ ਹੈ। ਬਿਕੋਜ਼ ਵੈਲਿਊ ਚੇਂਜਿਸ ਫਰੋਮ ਪਰਸਨ ਟੂ ਪਰਸਨ, ਪਲੇਸ ਟੂ ਪਲੇਸ। ਹਰ ਬੰਦੇ ਦੀ ਵੈਲਿਊ ਸਿਸਟਮ ਅਲੱਗ ਹੈ। ਤੁਹਾਡੀ ਸੱਚ ਦੀ ਪਰਿਭਾਸ਼ਾ ਅਲੱਗ ਹੈ, ਮੇਰੀ ਸੱਚ ਦੀ ਪਰਿਭਾਸ਼ਾ ਅਲੱਗ ਹੈ। ਮੇਰਾ ਸੱਚ ਦਾ ਯੂਜ਼ ਅਲੱਗ ਹੈ, ਤੁਹਾਡਾ ਸੱਚ ਦਾ ਯੂਜ਼ ਅਲੱਗ ਹੈ। ਮੇ ਬੀ ਮੈਂ ਸੱਚ 'ਚ ਕੰਪਰੋਮਾਈਜ਼ ਕਰਾਂ, ਮੇ ਬੀ ਤੁਸੀਂ ਸੱਚ 'ਚ ਕੰਪਰੋਮਾਈਜ਼ ਨਾ ਕਰੋ। ਇਸ ਸਿਨੈਰੀਓ ਦੇ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਜਾਂ ਅਸੀਂ ਸਕ੍ਰਿਪਚਰ, ਕਿਸੇ ਵੀ ਸਕ੍ਰਿਪਚਰ ਨੂੰ ਜਦੋਂ ਅਸੀਂ ਸਟੱਡੀ ਕਰਨਾ ਹੈ ਕਿ ਉਹ ਸਾਡੇ ਸਾਹਮਣੇ ਐਜੂਕੇਸ਼ਨ ਦਾ ਫਲਸਫਾ ਕੀ ਰੱਖ ਰਹੇ ਨੇ, ਤਾਂ ਅਸੀਂ ਪੂਰੀ ਟੋਟੈਲਿਟੀ ਦੇ ਵਿੱਚ ਉਸ ਚੀਜ਼ ਨੂੰ ਦੇਖਾਂਗੇ। ਜੋ ਅੱਜ ਦਾ ਟੌਪਿਕ ਹੈ ਕਿ ਕਨਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ, ਉਹ ਆਈ ਟਾਕ ਅਬਾਊਟ ਇਟ ਲੇਟਰ। ਲੇਕਿਨ ਐਜੂਕੇਸ਼ਨ ਇਨ ਜਨਰਲ ਐਲਡਰਸ ਵਾਸਤੇ, ਪੇਰੈਂਟਸ ਵਾਸਤੇ, ਟੀਚਰਸ ਵਾਸਤੇ, ਸਟੂਡੈਂਟਸ ਵਾਸਤੇ, ਅਸੀਂ ਸਭੀ ਕਿਸੇ ਨਾ ਕਿਸੇ ਤਰੀਕੇ ਐਜੂਕੇਸ਼ਨ ਨਾਲ ਰਿਲੇਟਡ ਹਾਂ। ਐਸਾ ਨਹੀਂ ਹੈ ਕਿ ਅਸੀਂ ਐਜੂਕੇਸ਼ਨ ਸਿਰਫ ਬੱਚਿਆਂ ਨੂੰ ਦੇਣੀ ਹੈ ਜਾਂ ਸਟੂਡੈਂਟਸ ਨੂੰ ਦੇਣੀ ਹੈ। ਐਜੂਕੇਸ਼ਨ ਅਸੀਂ ਖੁਦ ਵੀ ਲੈਣੀ ਹੈ ਬਿਕੋਜ਼ ਇਟਸ ਐਨ ਔਨਗੋਇੰਗ ਪ੍ਰੋਸੈਸ। ਮਾਂ ਦੀ ਕੋਖ ਤੋਂ ਲੈ ਕੇ ਕਬਰ ਦੀ ਗੋਦ ਤੱਕ ਅਸੀਂ ਸਾਰੇ ਲੋਕ ਸਿੱਖਦੇ ਹਾਂ। ਐਜੂਕੇਸ਼ਨ ਬੇਸਿਕਲੀ ਇਜ਼ ਲਰਨਿੰਗ, ਅਨਲਰਨਿੰਗ ਐਂਡ ਰੀਲਰਨਿੰਗ।
ਜੋ ਅਸੀਂ ਇਸ ਕੋਰਸ ਜਦੋਂ ਆਉਂਦੇ ਹਾਂ ਅਸੀਂ ਬਹੁਤ ਸਾਰੇ ਥਾਟਸ ਆਪਣੇ ਲੈ ਕੇ ਗੁਰਬਾਣੀ ਦੇ ਬਾਰੇ ਜਾਣਦੇ ਹਾਂ, ਫਿਕਸ ਮਾਈਂਡ ਲੈ ਕੇ ਆਉਂਦੇ ਹਾਂ, ਉਹ ਟੁੱਟਦੇ ਨੇ ਸਾਡੇ ਇੱਥੇ ਆ ਕੇ, ਜਿਹਨੂੰ ਕਿ ਅਸੀਂ ਅਨਲਰਨਿੰਗ ਕਹਿੰਦੇ ਹਾਂ। ਔਰ ਫਰੈਸ਼ ਮਾਈਂਡ ਜਿਹੜਾ ਹੈ ਰੀਲਰਨਿੰਗ, ਜੋ ਸਾਨੂੰ ਇੱਥੋਂ ਥਾਟ ਪ੍ਰੋਸੈਸ ਮਿਲਦਾ ਹੈ, ਇੱਕ ਨਵੀਂ ਅੰਡਰਸਟੈਂਡਿੰਗ ਮਿਲਦੀ ਹੈ, ਰੀਲਰਨਿੰਗ ਲੈ ਕੇ ਅਸੀਂ ਜਾਂਦੇ ਹਾਂ। ਉਸੇ ਤਰ੍ਹਾਂ ਐਜੂਕੇਸ਼ਨ ਫॉर पेरेंट्स फॉर एल्डर्स हर ह्यूमन बीइंग वास्ते ऑनगोइंग प्रोसेस है। वक्त विचारे बंदा सोए, लिमिटेड टाइम स्पैन है, लिमिटेड एज सानू सब ने दी है, 60 70 50 जिन्ने साल किसी ने जीना है, बट अनलिमिटेड पोटेंशियल हर ह्यूमन बीइंग नू परमात्मा ने दिता है। अनलिमिटेड डिज़ायर्स हैं साड़ियाँ कि असी अचीव करना चाहते हैं, लेकिन वी डोंट यूज़ आर पोटेंशियल, वी डोंट यूज़ आर ब्रेन। अनलिमिटेड पोटेंशियल है और लिमिटेड साढ़े कोल टाइम है। इनू असी इस तरह लाँगे कि टाइमली डिसीजन एंड टाइमली एक्शन, समय ते असी डिसीजन लईए और समय ते असी एक्ट करिए। अगर असी अपना पोलिटिकल सिनेरियो देखिए या असी अपना एक मैंटैलिटी इन जनरल भी देखिए, असी डिस्कशनस बहुत करने लेकिन उन्होंने इंप्लीमेंट नहीं कर पाते। ਇਹਦੇ ਅੱਗੇ ਅਸੀਂ ਇੱਕ ਚੀਜ਼ ਹੋਰ ਐਡ ਕਰ ਦਿਆਂਗੇ, ਰਾਈਟ ਡਿਸੀਜਨ ਐਂਡ ਰਾਈਟ ਐਕਸ਼ਨ। ਦਿਸ ਇਜ਼ ਵਾਟ ਗੁਰੂ ਗ੍ਰੰਥ ਸਾਹਿਬ ਗਿਵਸ ਅਸ। टाइमली डिसीजन लेना ज़रूरी है, लेकिन राइट डिसीजन और राइट एक्शन जो असी वैल्यूज़ की गल कर रहे हैं वो सानू गुरु ग्रंथ साहब चों मिलेगा। जदों मैं पढ़ना शुरू किया कि जो गुरु ग्रंथ साहब का फलसफा है और जो प्रेजेंट एजुकेशन सिस्टम है, कल्चर नू असी अवॉइड नहीं कर सकते। देयर इज़ अ डिफरेंस बिटवीन लिटरेसी एंड एजुकेशन। पढ़िया लिखिया होना और एजुकेटेड होने दे विच फ़र्क है। किसी सब्जेक्ट की वो इन्फॉर्मेशन है कि मैं एक सब्जेक्ट की डिग्री लीती है, मैनू इस सब्जेक्ट के बारे च पता है, वो सानू लाइफ की सिचुएशनस नू फेस करने मदद नहीं करता, प्रोफैशन सिचुएशन नू फेस करने मदद करता है। एजुकेशन ओवरऑल डेवलपमेंट है, मैंटल फिजिकल सोशल स्पिरिचुअल इमोशनल इतने सारे एस्पैक्ट्स एक इंसान के कंप्लीट डेवलप होंगे। माइंड बॉडी और स्पिरिट तीनों चीज़ों की हारमोनीयस डेवलपमेंट जो प्रॉपर डेवलपमेंट है, दैट इज़ एजुकेशन। दूसरी चीज़ है मॉडर्निटी और वेस्टर्नाइजेशन फ़र्क है। मॉडर्निटी माइंड दी है, वेस्टर्नाइजेशन आउटवर्ड है, ड्रेसिस दी है, लैंग्वेज दी है। असी इंग्लिश बोलन नू या वेस्टर्न, आई एम नॉट कंडेमिंग एनी ड्रेस, आई एम नॉट कंडेमिंग एनी लैंग्वेज। लैंग्वेज सानू सीखनी चाहिए, लेकिन सही परस्पैक्टिव अपनी भाषा नू छोड़ के, अपनी आइडेंटिटी नू छोड़ के किसी होर आइडेंटिटी नू अपने उत्ते ला देना वो गलत है। उस तो बाद ग्रोथ और डेवलपमेंट च फ़र्क है। डेवलपमेंट आउटवर्ड है, जिन्नी भी है मटीरियल डेवलपमेंट है कि अज साढ़े कोल टैक्नीकल नो हाउ आ गई, नवे कंप्यूटर्स डे बाय डे नवे मॉडल्स, 4th जनरेशन 5th इस तरह जनरेशन के हिसाब नाल लैपटॉप साढ़े या कंप्यूटर्स बदल रहे हैं। टैलीविजन सैट्स नवे, फोन बिल्कुल नवे, एक मॉडल तुसी 2-3 महीने यूज़ करते हो तो आनू लगता है कि यह पुराना है। दैट इज़ डेवलपमेंट जिहड़ा कि फिजिकल है, मटीरियल है। ग्रोथ इंटरनल होती है, ग्रोथ वैल्यू बेस्ड होएगी हमेशा। ग्रोथ तुसी व्यवहार दे विच थ्रू प्रैक्टिस या तुसी किसी दी इंटरैक्शन किसी दे नाल जदों आओगे, ग्रोथ तुसी उत्थे शो कर सकते हो। गोल और पर्पस सच फ़र्क है। वी आर गोल ओरिएंटेड, मैं इस प्रोफैशन में आना है, मैं डिग्री लैनी है, मैं एजुकेशन एनहांस करनी है, वो पर्पस नहीं है। सर ने एक पंक्ति बोली सी, विद्या विचारी तब परोपकारी, वो पर्पस दे विच साड़ा आ जाएगा। जिस टाइम असी गोल ड्रिवन चल रहे हैं और हुण सब दे सामने ही हैगा कि 20s दे विच ही यंगर जनरेशन सीनियर पोजीशनस उत्ते दे आर मैनेजर्स या हैड ऑफ द इंस्टीट्यूशन, CEO CEO बहुत सीनियर पोजीशनस थे, लेकिन बाय द टाइम दे टर्न 30s और अर्ली 40s वो लोग रिटायरमेंट के वास्ते प्लान करना शुरू कर देंगे, बिकॉज टू मच हार्डवर्क, टू मच मैंटल स्ट्रेस। अज ग्रोथ और डेवलपमेंट का एग्जाम्पल मैं देंगी। असी सारे जो कलैक्टिवली अपने आप को लैने एज इंडियंस या असी कुछ भी सोचिए तो वी से वी आर सिटीजनस। वी आर नॉट सिटीजनस, वी आर वोटर्स एंड वी आर कंज्यूमर्स। असी सिटीजन तो महज एक वोट बैंक बन चुके हैं और वोट बैंक के नाल नाल असी एक कंज्यूमर बन चुके हैं। वी हैव चॉइसिस कि केड़ी चीज़ मैं लानी है। देयर आर लॉट ऑफ चॉइसिस, चाहे वो कपड़ा है,
ਚਾਹੇ ਉਹ ਗੈਜਟਸ ਹਨ, ਉਸੇ ਤਰ੍ਹਾਂ ਅਸੀਂ ਇੱਕ ਛੋਟੇ ਬੱਚੇ ਨੂੰ ਕੰਜ਼ਿਊਮਰਿਸ਼ ਤਬਦੀਲ ਕਰ ਦਿੱਤਾ ਹੈ। ਐਡਸ ਆ ਰਹੀਆਂ ਨੇ, ਉਹਦੇ ਵਿੱਚ ਬੱਚੇ ਨੇ, ਲੇਕਿਨ ਜਦੋਂ ਬੱਚਾ ਮਾਰਕੀਟ ਜਾਂਦਾ ਹੈ, ਉਹਦੇ ਕੋਲ ਚੋਇਸ ਹੈ ਕਿ ਉਹਨੇ ਕਿਹੜਾ ਟੋਏ ਲੈਣਾ ਹੈ, ਉਹਨੇ ਕੀ ਚੀਜ਼ ਲੈਣੀ ਹੈ। ਅਸੀਂ ਛੋਟੇ ਛੋਟੇ ਬੱਚਿਆਂ ਨੂੰ ਅੱਜ ਮੋਬਾਈਲਸ ਔਰ ਇਹ ਸਭ ਦੇ ਰਹੇ ਹਾਂ। ਵੀ ਆਰ ਫੀਲਿੰਗ ਵੈਰੀ ਪ੍ਰਾਊਡ, ਅਸੀਂ ਬੜੇ ਖੁਸ਼ ਹੋ ਰਹੇ ਹਾਂ, ਲੇਕਿਨ ਸਲੋਲੀ ਐਂਡ ਗ੍ਰੈਜੂਅਲੀ ਅਸੀਂ ਪਿਕ ਐਂਡ ਚੂਜ਼ ਦਾ ਜਿਹੜਾ ਕਲਚਰ ਹੈ, ਉਹਨੂੰ ਮੈਂ ਅੱਗੇ ਦੇਖਾਂਗੇ ਕਿ ਪਿਕ ਐਂਡ ਚੂਜ਼ ਦਾ ਕਲਚਰ ਨੁਕਸਾਨ ਕਿੰਨਾ ਸਾਡਾ ਕਰ ਰਿਹਾ। ਕਲਚਰ ਨੂੰ ਸਟੱਡੀ ਕਰੇ ਬਗੈਰ ਅਸੀਂ ਲੋਕ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੋਏ ਜਾਂ ਵੈਲਿਊ ਬੇਸਡ ਐਜੂਕੇਸ਼ਨ ਅਸੀਂ ਇੰਟਰੋਡਿਊਸ ਕਰਨੀ ਉਹ ਅਸੀਂ ਕਰ ਨਹੀਂ ਸਕਦੇ। ਤੋ ਦੇਰ ਵਾਜ਼ ਅ ਟਾਈਮ ਜਿਸ ਟਾਈਮ ਅਸੀਂ ਕਹਿ ਰਹੇ ਸੀ ਵਰਕ ਹਾਰਡ। ਵੈਨ ਆਈ ਵਾਜ਼ ਗਰੋਇੰਗ ਅਪ, ਜਿਸ ਟਾਈਮ ਅਸੀਂ ਸਕੂਲ ਪਾਸ ਆਊਟ ਕੀਤਾ, ਤਾਂ ਹਾਰਡ ਵਰਕ, ਤੁਸੀਂ ਮਿਹਨਤ ਕਰੋ, ਪੜ੍ਹੋ, ਕੰਮ ਦੇ ਵਿੱਚ ਮਿਹਨਤ ਕਰੋ। ਵਰਕ ਹਾਰਡ ਤੱਕ ਅਸੀਂ ਲੋਕ ਸੀਮਿਤ ਸੀ ਕਿ ਵੀ ਆਰ ਵਰਕਿੰਗ ਹਾਰਡ। ਥੋੜ੍ਹੇ ਸਾਲਾਂ ਬਾਅਦ ਇੱਕ ਸਾਡੇ ਸਾਹਮਣੇ ਕਨਸੈਪਟ ਆ ਗਿਆ, ਵਰਕ ਹਾਰਡ ਪਾਰਟੀ ਹਾਰਡ। ਮਲਟੀਨੈਸ਼ਨਲ ਕੰਪਨੀਜ਼ ਜਿਸ ਟਾਈਮ ਆ ਗਈਆਂ, ਅਸੀਂ ਟਿਲ ਫਰਾਈਡੇ ਵੀ ਵਰਕ, ਸੈਟਰਡੇ ਸੰਡੇ ਟੋਟਲ ਸਾਡਾ ਸਮਾਜ ਨਾਲ ਹਰ ਇੱਕ ਨਾਲ ਕਨੈਕਸ਼ਨ ਕੱਟਿਆ ਹੋਇਆ, ਫੈਮਿਲੀ ਨਾਲ ਕੱਟਿਆ ਹੋਇਆ। ਉਸ ਟਾਈਮ ਅਸੀਂ ਪਾਰਟੀ ਲੇਟ ਨਾਈਟਸ ਵਿੱਚ ਬਿਜ਼ੀ ਹਾਂ, ਉਹ ਸਾਡਾ ਲਾਈਫ ਸਟਾਈਲ ਆ ਗਿਆ। ਹੁਣ ਇੱਕ ਨਵਾਂ ਕਨਸੈਪਟ ਆ ਗਿਆ, ਡੋਂਟ ਵਰਕ ਹਾਰਡ, ਵਰਕ ਸਮਾਰਟ। ਹੁਣ ਵਰਕ ਸਮਾਰਟ ਦੇ ਵਿੱਚ ਕੀ ਸ਼ਾਮਿਲ ਹੋ ਜਾਂਦਾ ਹੈ? ਵੀ ਕੈਨ ਅੰਡਰਸਟੈਂਡ ਕਿ ਅਸੀਂ ਜਿਸ ਟਾਈਮ ਆਪਣੇ ਮਾਈਂਡ ਨੂੰ ਦੂਸਰੇ ਵੇ ਨਾਲ ਜਦ ਹਾਰਡ ਵਰਕ ਤੋਂ ਹਟ ਰਹੇ ਹਾਂ ਤਾਂ ਵਰਕ ਸਮਾਰਟ ਦਾ ਕੀ ਕਨਸੈਪਟ ਹੋਏਗਾ, ਵੀ ਕੈਨ ਅੰਡਰਸਟੈਂਡ। ਜਿਸ ਟਾਈਮ ਅਸੀਂ ਵੈਲਿਊਜ਼ ਦੀ ਗੱਲ ਕੀਤੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਪੜ੍ਹਨੇ ਹਾਂ ਕਿ ਸਚਿਆਰਾ ਹੋਈ ਹੈ, ਸਚਿਆਰ ਦੀ ਗੱਲ ਹੈ। ਲੇਕਿਨ ਮੈਂ ਪਹਿਲੇ ਵੀ ਕਿਹਾ ਕਿ ਤੁਹਾਡੀ ਓਨੈਸਟੀ ਦੀ ਡੈਫੀਨੇਸ਼ਨ ਔਰ ਮੇਰੀ ਡੈਫੀਨੇਸ਼ਨ ਔਰ ਐਪਲੀਕੇਸ਼ਨ ਹੋ ਸਕਦਾ ਅਲੱਗ ਹੋਏ। ਇਹ ਸਾਨੂੰ ਘਰਾਂ ਦੇ ਵਿੱਚ ਹੀ ਮਿਲ ਜਾਂਦਾ ਹੈ, ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਅਸੀਂ ਆਪਣੇ ਬੱਚੇ ਨੂੰ ਕਹਿ ਰਹੇ ਹਾਂ ਸੱਚ ਬੋਲਣਾ ਚਾਹੀਏ ਕਿਉਂਕਿ ਉਹ ਸਕੂਲ ਦੀ ਬੁੱਕ 'ਚ ਲਿਖਿਆ ਹੋਇਆ, ਘੰਟੇ ਬਾਅਦ ਹੀ ਅਸੀਂ ਉਹਨੂੰ ਕਹਿ ਦਾਂਗੇ ਫੋਨ ਆਇਆ, ਕਹਿ ਦੇਣਾ ਅਸੀਂ ਘਰ ਨਹੀਂ ਹਾਂ, ਜਾਂ ਅਸੀਂ ਇੱਥੇ ਗਏ ਸੀ ਉਹ ਬੰਦਾ ਸਾਨੂੰ ਨਹੀਂ ਮਿਲਿਆ। ਇੱਕ ਕਨਫਿਊਜ਼ਡ ਮੋਰੈਲਿਟੀ ਦਾ ਜਿਹੜਾ ਕਨਸੈਪਟ ਹੈ ਉਹ ਅਸੀਂ ਆਪਣੇ ਬੱਚੇ ਨੂੰ ਦੇ ਰਹੇ ਹਾਂ। ਸੋ ਆਫਟਰ ਅ ਫਿਊ ਈਅਰਸ ਜਿਸ ਟਾਈਮ ਉਹ ਝੂਠ ਬੋਲਦਾ ਹੈ ਕਿਸੇ ਵੀ ਲਾਈਫ ਦੀ ਸਿਚੁਏਸ਼ਨ ਵਿੱਚ, ਵੀ ਹੈਵ ਨੋ ਰਾਈਟ ਟੂ ਕੁਐਸਚਨ, ਕਿਉਂਕਿ ਉਹ ਸਾਨੂੰ ਕਹਿੰਦਾ ਕਿ ਤੁਹਾਡਾ ਝੂਠ ਨਹੀਂ ਹੈ, ਮੇਰਾ ਝੂਠ ਕਿਸ ਤਰ੍ਹਾਂ। ਸੈਕਿੰਡ ਕਲਚਰ ਦਾ ਕਨਸੈਪਟ ਜਿਹੜਾ ਅਸੀਂ ਲਾਂਗੇ ਦੈਟ ਇਜ਼ ਇੰਸਟੈਂਟ ਕਲਚਰ। ਇੰਸਟੈਂਟ ਕਾਫੀ ਆ ਗਈ, ਇੰਸਟੈਂਟ ਮੈਗੀ ਆ ਗਈ, ਇੰਸਟੈਂਟ ਫੂਡ ਆ ਗਿਆ, ਇੰਸਟੈਂਟ ਰਿਲੇਸ਼ਨਸ਼ਿਪਸ ਆ ਗਏ। ਅਸੀਂ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਉੱਤੇ ਦੇਖੀਏ ਜਾਂ ਜਿਹੜੇ ਨਹੀਂ ਵੀ ਹਨ ਉਹ ਵੀ ਆਪਣੇ ਆਸ-ਪਾਸ ਦੇ ਸਕਦੇ ਨੇ। ਡੇ 1 ਆਈ ਐਮ ਇਨ ਰਿਲੇਸ਼ਨਸ਼ਿਪ, ਡੇ 2 ਮੇਰਾ ਬ੍ਰੇਕਅਪ ਹੋ ਚੁੱਕਾ ਹੈ, ਡੇ 3 ਉਹਦੀ ਰਿਪਲੇਸਮੈਂਟ ਮੈਨੂੰ ਮਿਲ ਚੁੱਕੀ ਹੈ, ਦੁਬਾਰਾ ਮੇਰੇ ਕੋਲ ਰਿਲੇਸ਼ਨਸ਼ਿਪ ਹੈ, ਐਂਡ ਡੇ 4 ਇੰਸਟੈਂਟ ਗ੍ਰੈਟੀਫਿਕੇਸ਼ਨ। ਅਸੀਂ ਇਮੀਡੀਏਟ ਕੋਈ ਵੀ ਰਿਲੇਸ਼ਨਸ਼ਿਪ, ਅਗਰ ਮੈਂ ਮੈਨ ਵੂਮਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੀ ਹਾਂ, ਜਦੋਂ ਵੀ ਅਸੀਂ ਫਰੈਂਡਸ਼ਿਪ ਕੀਤੀ, ਰਿਲੇਸ਼ਨਸ਼ਿਪ ਬਣਾਇਆ, ਅਸੀਂ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਦੀ ਤਰਫ ਇਮੀਡੀਏਟ ਗਏ ਹਾਂ। ਹੁਣ ਸਾਡੇ ਕੋਲ ਉਹ ਕਨਸੈਪਟ ਨਹੀਂ ਹੈ। ਇਟ ਇਜ਼ ਵੈਰੀ ਰੇਅਰੈਸਟ ਆਫ ਦ ਰੇਅਰ ਕਿ ਪਲੇਟੋਨਿਕ ਰਿਲੇਸ਼ਨਸ਼ਿਪ ਅਸੀਂ ਲੋਕ ਬਣਾ ਰਹੇ ਹਾਂ। ਜਿਸ ਟਾਈਮ ਇੰਸਟੈਂਟ ਅਸੀਂ ਰਿਲੇਸ਼ਨਸ਼ਿਪਸ ਰਿਪਲੇਸਮੈਂਟ ਦੇ ਵਿੱਚ ਗਏ ਤਾਂ ਸਾਨੂੰ ਇੰਸਟੈਂਟ ਰਾਈਜ਼ ਇਨ ਪ੍ਰੋਫੈਸ਼ਨ ਚਾਹੀਦਾ, ਇੰਸਟੈਂਟ ਐਜੂਕੇਸ਼ਨ ਦਾ ਸਾਨੂੰ ਚਾਹੀਦਾ ਕਿ ਫਟਾਫਟ ਮੇਰੀ ਐਜੂਕੇਸ਼ਨ ਖਤਮ ਹੋਏ ਐਂਡ ਆਈ ਸ਼ੁੱਡ ਸਟਾਰਟ ਅਰਨਿੰਗ। ਗੁਰੂ ਸਾਹਿਬ ਕਾਰਨ ਸਹਿਜ ਪਕੇ ਸੋ ਮੀਠਾ ਹੋਏ। ਐਜੂਕੇਸ਼ਨ ਕੰਪਲੀਟ ਕਰਨ ਵਾਸਤੇ ਯੂ ਨੀਡ ਟਾਈਮ। ਕਿਸੇ ਪ੍ਰੋਫੈਸ਼ਨ 'ਤੇ ਰਾਈਜ਼ ਕਰਨ ਵਾਸਤੇ ਦੇਰ ਆਰ ਨੋ ਸ਼ਾਰਟਕਟਸ ਟੂ ਸਕਸੈਸ। ਅਗਰ ਅਸੀਂ ਸ਼ਾਰਟਕਟਸ ਲੈ ਰਹੇ ਹਾਂ ਉਹ ਜ਼ਰੂਰ ਕਿਸੇ ਨਾ ਕਿਸੇ ਤਰਫ ਅਸੀਂ ਗਲਤ ਕੰਮ ਕਰਕੇ ਅੱਗੇ ਜਾ ਰਹੇ ਹਾਂ। ਐਜੂਕੇਸ਼ਨ ਹੈ ਚਾਹੇ ਸਾਡਾ ਪ੍ਰੋਫੈਸ਼ਨ ਹੈ, ਇਟ ਟੇਕਸ ਟਾਈਮ। ਉਸ ਤੋਂ ਬਾਅਦ ਇੱਕ ਕਲਚਰ ਡਿਵੈਲਪ ਹੋ ਗਿਆ ਜੋ ਅਸੀਂ ਯੰਗਰ ਜਨਰੇਸ਼ਨ ਵਿੱਚ ਸਾਰਾ ਦੇਖ ਰਹੇ ਹਾਂ ਕਿ ਆਲ ਆਰ ਸੇਮ। ਸਭ ਦੀ ਸੋਚ ਸੇਮ, ਸਭ ਦੀ ਡਰੈਸਿਸ ਸੇਮ, ਸਭ ਦੇ ਰਿਐਕਸ਼ਨ ਸੇਮ, ਸਭ ਦੇ ਵਿਊਜ਼ ਸੇਮ। ਇੱਕ ਨੇ ਟੈਟੂ ਹੈ ਤਾਂ ਸਭੀ ਦਾ ਟੈਟੂ ਹੈ, ਇੱਕ ਨੇ ਫਟੀ ਜੀਨ ਪਾਈ ਹੈ, ਸਭ ਨੇ ਪਾਈ ਹੋਈ ਹੈ। ਕੰਡੈਮ ਮੈਂ ਕਿਸੇ ਡਰੈਸ ਨੂੰ ਨਹੀਂ ਕਰ ਰਹੀ ਹਾਂ, ਲੇਕਿਨ ਕੋਈ ਡਿਫਰੈਂਟ ਪਰਸਨੈਲਿਟੀ ਜਾਂ ਕੋਈ ਡਿਫਰੈਂਟ ਸੋਚ ਵਾਲਾ ਇਨਸਾਨ ਅਸੀਂ ਜਦ ਰੋਲ ਮਾਡਲਸ ਲੱਭ ਰਹੇ ਹਾਂ ਅਤੇ ਸਾਡੇ ਜਦ ਆਸ-ਪਾਸ ਇੱਕ ਮੌਬ ਇਕੱਠਾ ਹੋ ਗਿਆ, ਹਰਡ ਮੈਂਟੈਲਿਟੀ ਜਿਹੜੀ ਕਿ ਜਾਨਵਰਾਂ ਦੇ ਵਿੱਚ ਹੋਏਗੀ। ਅਗਰ ਇੱਕ ਬੱਕਰੀ ਕੁਝ ਕਰ ਰਹੀ ਹੈ ਸਾਰੀ ਬੱਕਰੀਆਂ ਉਹਨੂੰ ਫੋਲੋ ਕਰਨਗੀਆਂ। ਹਿਊਮਨ ਬੀਇੰਗ ਨੂੰ ਪਰਮਾਤਮਾ ਨੇ ਇੰਟਲੈਕਟ ਦਿੱਤਾ ਹੈ ਕਿ ਜਿਸ ਇੰਟਲੈਕਟ ਨੂੰ ਉਹ ਯੂਜ਼ ਕਰਕੇ ਡਿਸਾਈਡ ਕਰ ਸਕਦਾ ਹੈ ਕਿ ਉਹਨੇ ਇਹ ਕਰਨਾ ਹੈ। ਵੀ ਆਲ ਵਾਂਟ ਕਿ ਅਸੀਂ ਇੱਕ ਗਰੁੱਪ ਦਾ ਹਿੱਸਾ ਬਣੀਏ। ਇਕੱਲੇ ਚੱਲਣਾ ਅਸੀਂ ਫੋਲੋ ਕਰ ਰਹੇ ਹਾਂ। ਫੋਲੋ ਇਜ਼ ਆਲਵੇਜ਼ ਕਿ ਅਸੀਂ ਬਲਾਈਂਡਲੀ ਕਿਸੇ ਦੇ ਪਿੱਛੇ ਚੱਲ ਰਹੇ ਹਾਂ। ਸਾਡੇ ਜਿਹੜੇ ਰੋਲ ਮਾਡਲਸ ਨੇ ਉਹ ਐਕਟਰਸ ਹੋ ਗਏ, ਪਲੇਅਰਸ ਹੋ ਗਏ,
ਉਹਦੇ 'ਚ ਕੋਈ ਬੁਰਾਈ ਨਹੀਂ ਹੈ, ਲੇਕਿਨ ਅਸੀਂ ਉਹਨਾਂ ਦਾ ਹਾਰਡ ਵਰਕ ਤੇ ਇਗਨੋਰ ਕਰਤਾ ਕਿ ਉਹਨਾਂ ਨੇ ਕਿੰਨਾ ਸਟਰਗਲ ਕੀਤਾ। ਲੇਕਿਨ ਅਸੀਂ ਇਹ ਚਕਾਚੌਂਧ ਗਲੈਮਰ ਜਿਹੜਾ ਦੇਖ ਰਹੇ ਹਾਂ ਉਹ ਸਾਡੇ ਰੋਲ ਮਾਡਲਸ ਬਣ ਗਏ। ਇੱਕ ਕੋਟੇਸ਼ਨ ਆਉਂਦੀ ਹੈ ਕਿ ਸਕਸੈਸਫੁਲ ਪੀਪਲ ਡੋਂਟ ਡੂ ਡਿਫਰੈਂਟ ਥਿੰਗਸ, ਦੇ ਡੂ ਥਿੰਗਸ ਡਿਫਰੈਂਟਲੀ। ਉਹ ਉਸੀ ਚੀਜ਼ ਨੂੰ ਅਲੱਗ ਢੰਗ ਦੇ ਨਾਲ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ, ਦੈਟ ਇਜ਼ ਵਾਈ ਦੇ ਆਰ ਸਕਸੈਸਫੁਲ। ਦੈਨ ਕਲਚਰ ਦਾ ਅਗਲਾ ਐਸਪੈਕਟ ਜਿਹੜਾ ਸਾਡੇ ਸਾਹਮਣੇ ਪ੍ਰੋਮੀਨੈਂਟ ਹੈ, ਪਿਕ ਐਂਡ ਚੂਜ਼। ਬੇਸਿਕਲੀ ਇਹ ਕਲਚਰ ਇਕੋਨਮੀ ਦੇ ਨਾਲ ਡੀਲ ਕਰਦਾ ਹੈ, ਇਕੋਨਮੀ ਨੂੰ ਵਧਾਉਣ ਵਾਸਤੇ ਕਰਦਾ ਹੈ। ਜਦੋਂ ਬਹੁਤ ਜ਼ਿਆਦਾ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਆਇਆ, ਆਲ ਦੀਜ਼ ਆਰ ਵੈਸਟਰਨ ਕਨਸੈਪਟ। ਇਹ ਸਾਡਾ ਕਨਸੈਪਟ ਸੀਗਾ ਹੀ ਨਹੀਂ। ਅਸੀਂ ਲੋਕ ਇੰਡੀਅਨ ਇਜ਼ ਕਿ ਵੀ ਬਾਏ, ਲੇਕਿਨ ਅਸੀਂ ਉਹਨੂੰ ਇਸ ਤਰ੍ਹਾਂ ਨਹੀਂ ਸੁੱਟ ਦਿੰਦੇ ਜਾਂ ਇੰਨੀ ਜਲਦੀ ਅਸੀਂ ਚੇਂਜ ਨਹੀਂ ਕਰਦੇ। ਸੋ ਪਿਕ ਐਂਡ ਚੂਜ਼, ਵੀ ਹੈਵ ਲੋਟ ਆਫ ਚੋਇਸਿਸ। ਕੱਪੜੇ ਦੇ ਵਿੱਚ ਫੈਸ਼ਨ ਚੇਂਜ ਹੋ ਰਿਹਾ, ਚਾਹੇ ਗੈਜਟਸ ਵਿੱਚ ਚੇਂਜ ਹੋ ਰਿਹਾ ਜਾਂ ਅਸੈਸਰੀਜ਼ ਦੇ ਵਿੱਚ ਚੇਂਜ ਹੋ ਰਿਹਾ। ਜਿਹੜੀ ਚੀਜ਼ ਕਦੀ ਆਬਜੈਕਟਸ ਦੇ ਵਾਸਤੇ ਸੀ ਪਿਕ ਐਂਡ ਚੂਜ਼, ਅਸੀਂ ਹਿਊਮਨ ਬੀਇੰਗਸ ਦੇ ਵਿੱਚ ਲੈ ਕੇ ਆ ਗਏ ਹਾਂ। ਜਿਹੜੀ ਚੀਜ਼ ਚੀਜ਼ਾਂ ਵਾਸਤੇ ਅਸੀਂ ਕਿਸੇ ਚੀਜ਼ ਨੂੰ ਯੂਜ਼ ਕਰਨਾ ਸੀ, ਅਸੀਂ ਇਨਸਾਨਾਂ ਨੂੰ ਯੂਜ਼ ਕਰਨ ਲੱਗ ਗਏ। ਉਹਦਾ ਐਗਜ਼ਾਮਪਲ ਇਜ਼ ਕਿ ਮੈਟਰੀਮੋਨੀਅਲ ਐਡਸ ਅਗਰ ਅਸੀਂ ਦੇਖਦੇ ਹਾਂ ਨਾ, ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ, ਮੋਸਟਲੀ ਸਭੀ ਘਰਾਂ ਦੇ ਵਿੱਚ ਆ, ਤਾਂ ਉਹਦੇ 'ਚ ਕੀ ਆਪਸ਼ਨਸ ਆਉਣਗੀਆਂ? ਗਰਲ ਦੀ ਚੋਇਸ ਆਏਗੀ ਫੇਅਰ, ਵੈਰੀ ਫੇਅਰ, ਸਲਿਮ, ਵੈਰੀ ਸਲਿਮ, ਮਾਡਰਨ, ਅਲਟਰਾ ਮਾਡਰਨ, ਇੰਗਲਿਸ਼ ਸਪੀਕਿੰਗ। ਉਹਦੇ ਵਿੱਚੋਂ ਅਸੀਂ ਚੂਜ਼ ਕਰਨਾ ਹੈ। ਜਦੋਂ ਬਹੁਤ ਸਾਰੀ ਫੋਟੋਗ੍ਰਾਫਸ ਆ ਜਾਣਗੀਆਂ, ਬਹੁਤ ਜ਼ਿਆਦਾ ਬਾਇਓਡਾਟਾ, ਫਿਰ ਅਸੀਂ ਕਹਿੰਦੇ ਹਾਂ ਇਹਦੀ ਅੱਖ ਛੋਟੀ ਹੈ, ਇਹਦੀ ਵੱਡੀ ਹੈ, ਉਹਦੇ ਵਾਲ ਲੰਬੇ ਨੇ, ਪਤਲੀ ਬਹੁਤ ਹੈ, ਇਹਦੀ ਫੈਮਿਲੀ ਬਹੁਤ ਵੱਡੀ ਹੈ, ਇਹਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਇਹਦੀ ਮਦਰ ਗੁਜ਼ਰੀ ਹੋਈ ਹੈ, ਇਹਦੇ ਪੇਰੈਂਟਸ ਨਹੀਂ ਹਨ, ਅਤੇ ਲੜਕਾ ਜਾ ਕੇ ਕਿੱਥੇ ਬੈਠੇਗਾ। ਇਹ ਸਾਰੀਆਂ ਚੀਜ਼ਾਂ ਬਿਨਾਂ ਦੇਖੇ ਅਸੀਂ ਕਿਸੇ ਲੜਕੀ ਨੂੰ ਜਾਂ ਲੜਕੇ ਨੂੰ ਵੀ, ਇਟਸ ਬੋਥ ਵੇਜ਼, ਅਸੀਂ ਰਿਜੈਕਟ ਕਰ ਦਿੰਦੇ ਹਾਂ। ਅਸੀਂ ਵੈਲਿਊਜ਼ ਨੂੰ, ਹਿਊਮੈਨਿਟੀ ਨੂੰ, ਹਿਊਮਨ ਬੀਇੰਗ ਨੂੰ ਨਹੀਂ ਡੀਲ ਕਰ ਰਹੇ। ਅਸੀਂ ਡੀਲ ਕਰ ਰਹੇ ਹਾਂ ਇਕੋਨਮੀ ਦੇ ਨਾਲ, ਬਜਟ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ। ਜਿਸ ਟਾਈਮ ਸ਼ਾਦੀ ਦੀ ਗੱਲ ਕਿਤੇ ਵੀ ਚੱਲਣੀ ਸ਼ੁਰੂ ਹੁੰਦੀ, ਔਰ ਸਭ ਨੂੰ ਪਤਾ, ਚਾਹੇ ਕੋਈ ਓਪਨ ਕਹੇ ਜਾਂ ਨਹੀਂ ਕਹੇ, ਤੁਹਾਡਾ ਬਜਟ ਕਿੰਨਾ ਹੈ। ਇਸ ਤਰ੍ਹਾਂ ਦਾ ਕਨਸੈਪਟ ਪਹਿਲੇ ਆਉਂਦਾ, ਉਸ ਤੋਂ ਬਾਅਦ ਕੋਈ ਐਜੂਕੇਸ਼ਨ ਮੈਟਰ ਨਹੀਂ ਕਰ ਰਹੀ, ਕੋਈ ਫੈਮਿਲੀ ਬੈਕਗਰਾਊਂਡ, ਕੋਈ ਕਲਚਰ, ਕੁਛ ਨਹੀਂ ਮੈਟਰ। ਸੇਮ ਇਜ਼ ਦਾ ਕੇਸ ਜਿਸ ਟਾਈਮ ਲੜਕੀ ਦੇਖਣ ਜਾਣੀ ਹੈ, ਲੜਕੇ ਦਾ ਬਾਇਓਡਾਟਾ ਅਗਰ ਪਹੁੰਚਦਾ ਹੈ, ਉੱਥੇ ਉਹ ਲੋਕ ਦੇਖਦੇ ਨੇ ਕਿ ਅਗਰ ਇਹਦੀ ਜੁਆਇੰਟ ਫੈਮਿਲੀ ਹੈ ਤਾਂ ਕਿਚਕਿਚ ਹੋਏਗੀ, ਅਸੀਂ ਤਾਂ ਸ਼ਾਦੀ ਨਹੀਂ ਕਰਾਂਗੇ। ਇਹਦੇ ਅਗਰ ਪੇਰੈਂਟਸ ਨਹੀਂ ਹਨ ਜਾਂ ਮਦਰ ਬਿਮਾਰ ਹੈ, ਇਹ ਚੀਜ਼ਾਂ ਨੂੰ ਮੈਂ ਖੁਦ ਸੁਣਿਆ ਹੈ ਕਿ ਚਲੋ ਅੱਛਾ ਜਲਦੀ ਮਰ ਜਾਏਗੀ, ਤੰਗ ਨਹੀਂ ਕਰੇਗੀ। ਸੋ ਦਿਸ ਇਜ਼ ਦ ਕਾਈਂਡ ਆਫ ਕਲਚਰ ਜਿਹਦੇ ਵਿੱਚ ਅਸੀਂ ਲੋਕ ਜੀ ਰਹੇ ਹਾਂ। ਵੀ ਆਰ ਕੰਟਰੀਬਿਊਟਰਸ। ਅਸੀਂ ਕੁਛ ਅਲੱਗ ਨਹੀਂ ਕਰ ਰਹੇ ਹਾਂ, ਅਸੀਂ ਪਾਰਟੀਸਿਪੇਟ ਵੀ ਕਰ ਰਹੇ ਹਾਂ ਔਰ ਅਸੀਂ ਕੰਟਰੀਬਿਊਟ ਵੀ ਕਰ ਰਹੇ ਹਾਂ ਉਸ ਕਲਚਰ ਦੇ ਵਿੱਚ। ਦੈਨ ਕਲਚਰ ਆਇਆ ਯੂਜ਼ ਐਂਡ ਥਰੋ। ਅਸੀਂ ਚੀਜ਼ਾਂ ਨੂੰ ਯੂਜ਼ ਕਰਨਾ ਜਦ ਸਾਡੇ ਕੋਲ ਇੰਨੀ ਫੈਸਿਲਿਟੀ ਆ ਚੁੱਕੀ ਹੈ, ਮਨੀ ਪਾਵਰ ਆ ਗਈ, ਵੀ ਆਰ ਕੰਜ਼ਿਊਮਰਸ, ਵੀ ਆਰ ਬਾਇਰਸ, ਅਸੀਂ ਯੂਜ਼ ਕਰਕੇ ਸੁੱਟ ਦਿੰਦੇ ਹਾਂ। ਸੇਮ ਵੀ ਆਰ ਡੂਇੰਗ ਵਿਦ ਰਿਲੇਸ਼ਨਸ਼ਿਪਸ। ਅਸੀਂ ਆਬਜੈਕਟਸ ਨੂੰ ਨਹੀਂ ਯੂਜ਼ ਕਰ ਰਹੇ, ਅਸੀਂ ਆਪਣੇ ਪੇਰੈਂਟਸ ਨੂੰ ਯੂਜ਼ ਕਰਨੇ ਹਾਂ, ਅਸੀਂ ਬ੍ਰਦਰ ਸਿਸਟਰਸ ਨੂੰ, ਅਸੀਂ ਫਰੈਂਡਸ ਨੂੰ ਯੂਜ਼ ਕਰਨੇ ਹਾਂ। ਡਿਸਕਾਰਡ ਦੈਮ। ਜਿਸ ਟਾਈਮ ਯੂਜ਼ ਪੂਰਾ ਹੋ ਗਿਆ, ਨੀਡ ਬੇਸਡ ਅੱਜ ਰਿਲੇਸ਼ਨਸ਼ਿਪ ਹੋ ਚੁੱਕਾ ਹੈ। ਅੱਜ ਬਲੱਡ ਰਿਲੇਸ਼ਨਸ਼ਿਪ ਜਾਂ ਇੱਕ ਕੰਸਰਨ ਦੇ ਉੱਤੇ ਰਿਲੇਸ਼ਨਸ਼ਿਪ, ਉਹ ਸਾਡੇ ਸਾਹਮਣੇ ਨਹੀਂ ਰਹਿ ਗਿਆ। ਜਿਸ ਟਾਈਮ ਅਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਬੱਚੇ ਨੂੰ ਐਜੂਕੇਟ ਕਰਨਾ ਹੈ ਜਾਂ ਫੈਮਿਲੀ ਦੇ ਕਿਸੇ ਵੀ ਮੈਂਬਰ ਨੂੰ ਐਜੂਕੇਟ ਕਰਨਾ ਹੈ, ਤਿੰਨ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹਨ। ਵਾਈ ਵੀ ਨੀਡ ਐਜੂਕੇਸ਼ਨ। ਫਸਟ ਇਜ਼ ਕਿ ਨੌਲੇਜ ਮਿਲੇਗੀ ਸਾਨੂੰ, ਗਿਆਨ। ਸੈਕਿੰਡ ਇਜ਼ ਕਿ ਡਿਸਿਪਲਿਨ ਹੋ ਜਾਏਗਾ ਇੱਕ ਇਨਸਾਨ, ਹਾਊ ਹੀ ਹੈਜ਼ ਟੂ ਬਿਹੇਵ ਵਿਦ ਦ ਫੈਮਿਲੀ, ਹਾਊ ਹੀ ਹੈਜ਼ ਟੂ ਬਿਹੇਵ ਇਨ ਸੁਸਾਇਟੀ। ਇਹ ਸਾਰੀ ਚੀਜ਼ਾਂ ਸਾਨੂੰ ਸਕੂਲਸ ਔਰ ਐਜੂਕੇਸ਼ਨ ਸਿਸਟਮ ਨਾਲ। ਐਂਡ ਥਰਡ ਕਮਸ ਪਰਪਸ ਆਫ ਐਜੂਕੇਸ਼ਨ, ਕਿ ਅਸੀਂ ਕਿਉਂ ਪੜ੍ਹਨਾ ਚਾਹੁੰਦੇ ਹਾਂ। ਤੋ ਜਿਸ ਟਾਈਮ ਅਸੀਂ ਕਹਿੰਦੇ ਹਾਂ ਕਿ ਸਾਡੇ ਸਿੱਖ ਧਰਮ ਦੇ 3 ਥੰਮ ਹਨ, 3 ਪਿਲਰਸ ਹਨ, ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ। ਗਿਆਨ ਦੇ ਅੱਗੇ ਅਸੀਂ ਨਾਮ ਲਿਖ ਦਿਆਂਗੇ, ਡਿਸਿਪਲਿਨ ਦੇ ਅੱਗੇ ਅਸੀਂ ਲੋਕ ਕਿਰਤ ਕਰੋ ਲਿਖ ਦਿੰਦੇ ਹਾਂ, ਔਰ ਪਰਪਸ ਆਫ ਐਜੂਕੇਸ਼ਨ ਦੇ ਅੱਗੇ ਅਸੀਂ ਵੰਡ ਛਕੋ ਲਿਖਦੇ ਹਾਂ, ਜਿਹਨੂੰ ਡਿਟੇਲ ਦੇ ਵਿੱਚ ਅਸੀਂ ਦੇਖਾਂਗੇ। ਜਿਸ ਟਾਈਮ ਅਸੀਂ ਗਿਆਨ ਦੀ ਗੱਲ ਕਰ ਰਹੇ ਹਾਂ, ਕਿਹੜਾ ਗਿਆਨ? ਜੋ ਸਾਨੂੰ ਸਕੂਲਸ ਔਰ ਕਾਲਜਸ ਵਿੱਚ ਮਿਲ ਰਿਹਾ, ਉਹ ਇਨਫੋਰਮੇਸ਼ਨ ਹੈ, ਉਹ ਗਿਆਨ ਨਹੀਂ ਹੈ। ਔਰ ਗਿਆਨ ਨੂੰ ਗੁਰੂ ਸਾਹਿਬ ਨੇ ਬਹੁਤ ਇੰਪੋਰਟੈਂਸ ਦਿੱਤੀ ਹੈ। ਸਰਬ ਤੱਤ ਮੇਂ ਤੱਤ ਗਿਆਨ। ਹਰ ਚੀਜ਼ ਦਾ ਅਸੈਂਸ ਜਿਹੜਾ ਹੈ, ਦੈਟ ਇਜ਼ ਨੌਲੇਜ। ਨੌਲੇਜ ਨੂੰ ਇੰਪੋਰਟੈਂਸ ਦਿੱਤੀ ਹੈ ਗੁਰੂ ਸਾਹਿਬ ਨੇ। ਅਸੀਂ ਜਿਹੜੀ ਇਨਫੋਰਮੇਸ਼ਨ ਲੈ ਰਹੇ ਹਾਂ, ਉਹ ਜਿਸ ਟਾਈਮ ਮੈਨੂੰ ਪ੍ਰੋਫੈਸ਼ਨਲ ਪ੍ਰੋਬਲਮ ਆਏਗੀ, ਮੇਰਾ ਸਬਜੈਕਟ ਉੱਥੇ ਮਦਦ ਕਰੇਗਾ। ਲੇਕਿਨ ਜਿਸ ਟਾਈਮ ਅਸੀਂ ਲੋਕਾਂ ਨੇ ਲਾਈਫ ਨੂੰ ਹੈਂਡਲ ਕਰਨਾ ਹੈ, ਰਿਲੇਸ਼ਨਸ਼ਿਪ ਔਰ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਹੈ, ਉੱਥੇ ਮੈਨੂੰ ਨੌਲੇਜ ਦੀ ਜ਼ਰੂਰਤ ਹੈ। ਔਰ ਨੌਲੇਜ ਨੂੰ ਰਾਈਟ ਟਾਈਮ ਇਨ ਅ ਰਾਈਟ ਵੇ ਮੈਂ ਯੂਜ਼ ਕਰਨੀ ਆ, ਦੈਟ ਬਿਕਮਸ
ਵਿਜ਼ਡਮ। ਅਸੀਂ ਇਨਫੋਰਮੇਸ਼ਨ ਦੇ ਲੈਵਲ ਦੇ ਉੱਤੇ ਹਾਂ, ਨੌਲੇਜ ਐਂਡ ਵਿਜ਼ਡਮ ਦੇ ਲੈਵਲ ਦੇ ਉੱਤੇ ਕਿਉਂਕਿ ਫਰਕ ਨਹੀਂ ਕੀਤਾ, ਇਸ ਕਰਕੇ ਸਾਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਫਲॉज ਨਜ਼ਰ ਆ ਰਹੇ ਨੇ। ਇੱਕ ਟਰਮ ਹੋਰ ਬਹੁਤ ਜ਼ਿਆਦਾ ਵੈਸਟਰਨ ਕੰਟਰੀਜ਼ ਦੇ ਵਿੱਚ ਯੂਜ਼ ਹੈ, ਨੌਲੇਜ ਮੈਨੇਜਮੈਂਟ। ਇਹਦਾ ਡਿਫਾਈਨ ਕਰਦੇ ਨੇ ਯੂਜ਼ਿੰਗ ਆਲ ਦੀ ਫੈਕੈਲਿਟੀਜ਼, ਸ਼ਾਰਪਨਿੰਗ ਆਲ ਦੀ ਫੈਕੈਲਿਟੀਜ਼। ਇਹਦਾ ਐਗਜ਼ਾਮਪਲ ਇਹ ਹੈ ਕਿ ਕੋਈ ਇਨਸਾਨ ਮਾਰਕੀਟਿੰਗ ਦੇ ਵਿੱਚ ਸਪੈਸ਼ਲਾਈਜ਼ ਉਹਨੇ ਕੀਤਾ ਹੈ, ਬਟ ਐਟ ਦ ਸੇਮ ਟਾਈਮ ਹੀ ਇਜ਼ ਅ ਵੈਰੀ ਗੁੱਡ ਐਡਮਿਨਿਸਟ੍ਰੇਟਰ। तो जो मल्टीनेशनल कंपनीज हैं व्हाट दे डू, इंस्टेड कि वो दो लोगों को हायर करन एडमिनिस्ट्रेशन और मार्केटिंग वास्ते, एक इंसान को इंचार्ज बना देन दो ब्रांचेस का, ਉਹਦਾ पे पैकेज इनक्रीज कर देन और ਉਹਦੀ ਦੋਨੋਂ ਜੋ ਉਹਦੀ ਕੁਆਲਿਟੀਜ਼ ਹਨ ਜਾਂ ਜੋ ਉਹਦਾ ਪੋਟੈਂਸ਼ੀਅਲ ਹੈ ਦੇ ਯੂਟੀਲਾਈਜ਼ ਦੈਟ, ਜਿਹੜਾ ਕਿ ਇੰਡੀਆ ਦੇ ਵਿੱਚ ਇਹ ਕਨਸੈਪਟ ਹਲੇ ਸਾਡੇ ਕੋਲ ਨਹੀਂ ਹੈ। ਸਰਪਲਸ ਗਵਰਨਮੈਂਟ ਜੌਬਸ ਦੇ ਵਿੱਚ ਅਸੀਂ ਦਾਈਏ ਅਤੇ ਸਰਪਲਸ ਹੀ ਸਟਾਫ ਸਾਰਾ ਇੱਥੇ ਭਰਿਆ ਹੋਇਆ। ਇਹਨੂੰ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ, ਜਿੱਥੇ ਅਸੀਂ ਕਹਿ ਰਹੇ ਹਾਂ ਸ਼ਾਰਪਨਿੰਗ ਆਲ ਦੀ ਫੈਕੈਲਿਟੀਜ਼। ਭਾਂਡਾ ਭਾਵ ਅੰਮ੍ਰਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ। भांडा भाव अमृत ढाल, ह्यूमन बॉडी, साडी बॉडी नूं गुरु साहब ने कहा कि अमृत रूपी ज्ञान जदों अपनी बॉडी दे विच असीं पाना है तो बॉडी नूं असीं तैयार करना है। हुण बॉडी की तैयारी का मतलब नहीं है कि कुछ फिजिकल असीं जाके करना शुरू कर देंगे, इट इज़ कि वैल्यू बेस्ड साडा लाइफ स्टाइल होएगा। अगर असीं देखिए हुण स्कूल्स दे विच ही या कॉलेजेस दे विच ही यंगर जनरेशन सैक्शुअल एनकाउंटर्स दे विच, पॉर्न साइट्स दे विच दे आर फुल ਉਹਦੇ ਵਿੱਚ। ਸਕੂਲਸ ਦੇ ਵਿੱਚ ਇਟ ਇਜ਼ ਔਨ ਰਿਕਾਰਡ ਕਿ 13 ਸਾਲ ਤੋਂ ਲੈ ਕੇ 16 ਸਾਲ ਦੀ ਜਿੰਨੀਆਂ ਗਰਲਸ ਨੇ ਮਦਰਸ ਦੇ ਨਾਲ ਜਾ ਕੇ ਅਬੋਰਸ਼ਨ ਕਰਾ ਰਹੀਆਂ ਹਨ ਹਸਪੀਟਲ ਦੇ ਵਿੱਚ। ਇਟ ਇਜ਼ ਨਾਟ ਫਸਟ ਟਾਈਮ, ਦੋ ਵਾਰ, ਤਿੰਨ ਵਾਰ, ਚਾਰ ਵਾਰ ਵੀ ਉਹ ਜਾ ਚੁੱਕੀਆਂ ਨੇ ਅਬੋਰਸ਼ਨਸ ਕਰਾਉਣ ਵਾਸਤੇ। ਦੈਨ ਦੇ ਟੇਕ ਮਨੀ, ਆਪਣੀ ਪੋਕਟ ਮਨੀ ਉਹਨਾਂ ਦੀ ਪੂਰੀ ਨਹੀਂ ਹੁੰਦੀ, ਜਿਹਦੀ ਵਜ੍ਹਾ ਦੇ ਨਾਲ ਦੇ ਇੰਡਲਜ ਇਨ ਦੀਸ ਕਾਈਂਡਸ ਆਫ ਰਿਲੇਸ਼ਨਸ਼ਿਪ। ਇੱਥੇ ਇੱਕ ਸੈਂਸ ਡਾਇਰੈਕਸ਼ਨ, ਦੋ ਲਾਈਨਾਂ अगर असी गौर करिए तो अनचैक्ड साड़ी सेंसुअल जी डिज़ायर्स हैं, अनचैक्ड अनसेंसर्ड असी लोग चल रहे हैं। सेंसलैस साड़ा डायरैक्शन है और डायरैक्शनलैस साड़ी सेंसिस हैं। तो इत्थे काया सोधे शब्द विचार।